ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹਰਦੇਵ ਸਿੰਘ ਤੇ ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੇਣਾ ਚਾਹੂੰਗਾ। ਮੇਰਾ ਆਇਲਟਸ ਦਾ ਵੋਕੈਬਲਰੀ ਕੋਰਸ, ਜਿਸ ਦਾ ਮੈਂ ਪਿਛਲੀ ਵੀਡੀਓ 'ਚ ਜ਼ਿਕਰ ਵੀ ਕੀਤਾ ਸੀ, ਉਹ ਰਿਲੀਜ਼ ਹੋ ਚੁੱਕਿਆ ਹੈ। ਇਸ ਕੋਰਸ ਦੇ ਅੰਦਰ ਮੈਂ ਤੁਹਾਨੂੰ 30 ਅਲੱਗ-ਅਲੱਗ ਕਾਮਨ ਆਇਲਟਸ ਟੌਪਿਕਸ ਜਿਵੇਂ ਕਿ ਐਜੂਕੇਸ਼ਨ, ਵਰਕ ਲਾਈਫ, ਫੂਡ, ਨਿਊਟ੍ਰੀਸ਼ਨ, ਸਪੋਰਟਸ, ਟਰੈਵਲ, ਇਹਨਾਂ ਤੋਂ ਰਿਲੇਟਡ ਵਰਡਸ, ਕੋਲੋਕੇਸ਼ਨ ਤੇ ਫਰੇਜ਼ਸ ਸਿਖਾਊਂਗਾ। ਲਗਭਗ 900 ਕੋਲੋਕੇਸ਼ਨਸ, ਵਰਡਸ ਤੇ ਫਰੇਜ਼ਸ ਹੋਣਗੇ ਤੇ ਵੀਡੀਓ ਕੋਰਸ ਟੋਟਲ 9 ਘੰਟਿਆਂ ਤੋਂ ਵੀ ਜ਼ਿਆਦਾ ਦਾ ਹੈ। ਜੇ ਤੁਸੀਂ ਇਸ ਕੋਰਸ ਵਿੱਚ ਇੰਟਰਸਟਿਡ ਹੋ ਤਾਂ ਵੀਡੀਓ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਇੱਕ ਲਿੰਕ ਮਿਲੂਗਾ, ਉਸ ਤੇ ਕਲਿੱਕ ਕਰਕੇ ਤੁਸੀਂ ਇਸ ਕੋਰਸ ਦਾ ਪਾਰਟ ਬਣ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹਰਦੇਵ ਸਿੰਘ ਤੇ ਅੱਜ ਦੀ ਵੀਡੀਓ 'ਚ ਮੈਂ ਤੁਹਾਡਾ ਸਵਾਗਤ ਕਰਦਾ। ਅੱਜ ਦੀ ਵੀਡੀਓ ਐਸੇ ਰਾਈਟਿੰਗ ਤੋਂ ਰਿਲੇਟਡ ਇੱਕ ਲੈਸਨ ਹੈ। ਜੇ ਸਪੈਸੀਫਿਕਲੀ ਗੱਲ ਕਰੀਏ ਤਾਂ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਰਾਈਟਿੰਗ ਬੈਂਡ 7 ਪਲੱਸ ਵੋਕੈਬਲਰੀ। ਮੇਰੇ ਦੁਆਰਾ ਲਿਖੇ ਗਏ ਇੱਕ ਸੈਂਪਲ ਆਨਸਰ ਦੇ ਰਾਹੀਂ ਅਸੀਂ ਸਮਝਾਂਗੇ ਕਿ ਬੈਂਡ 7 ਪਲੱਸ ਵੋਕੈਬਲਰੀ ਦੀ ਆਇਲਟਸ ਦੇ ਅੰਦਰ ਕੀ ਰਿਕੁਆਇਰਮੈਂਟ ਹੁੰਦੀ ਹੈ। ਤਾਂ ਚਲੋ ਸ਼ੁਰੂ ਕਰਦੇ ਹਾਂ। ਮੈਨੂੰ ਲੱਗਦਾ ਸਾਨੂੰ ਸ਼ੁਰੂਆਤ ਕਰਨੀ ਚਾਹੀਦੀ ਹੈ ਬੈਂਡ ਡਿਸਕ੍ਰਿਪਟਰਸ ਨੂੰ ਰੀਡ ਕਰਕੇ। ਬੈਂਡ ਡਿਸਕ੍ਰਿਪਟਰਸ ਲੈਕਸੀਕਲ ਰਿਸੋਰਸ ਯਾਨੀ ਵੋਕੈਬਲਰੀ ਬਾਰੇ ਕੀ ਕਹਿੰਦੇ ਆ। ਇਹ ਉਹੀ ਡਾਕੂਮੈਂਟ ਹੈ ਜਿਸ ਨੂੰ ਦੇਖ ਕੇ ਐਗਜ਼ਾਮੀਨਰਸ ਤੁਹਾਡਾ ਐਸੇ ਚੈੱਕ ਕਰਦੇ ਆ, ਤਾਂ ਇਹਨਾਂ 'ਤੇ ਨਿਗਾਹ ਮਾਰਨੀ ਲਾਜ਼ਮੀ ਹੈ। ਪਹਿਲੀ ਚੀਜ਼ ਜੋ ਤੁਸੀਂ ਦੇਖੋਗੇ ਬੈਂਡ ਡਿਸਕ੍ਰਿਪਟਰਸ ਦੇ ਅੰਦਰ ਬੈਂਡ 7, 8, 9 'ਤੇ, ਦੈਟ ਇਜ਼ ਰੇਂਜ ਆਫ ਵੋਕੈਬਲਰੀ। ਸਫੀਸ਼ੀਐਂਟ ਰੇਂਜ ਹੈ ਤਾਂ ਬੈਂਡ 7, ਵਾਈਡ ਰੇਂਜ ਹੈ ਤਾਂ ਬੈਂਡ 8। ਰੇਂਜ ਦਾ ਮਤਲਬ ਇਹ ਹੁੰਦਾ ਹੈਗਾ ਕਿ ਤੁਹਾਡੇ ਲਿਖਣ ਦੇ ਤਰੀਕੇ ਤੋਂ ਕੀ ਇਹ ਗੱਲ ਝਲਕ ਰਹੀ ਹੈ ਕਿ ਤੁਸੀਂ ਵੈਰਾਈਟੀ ਆਫ ਸਿਚੁਏਸ਼ਨਸ ਦੇ ਅਨੁਸਾਰ ਆਪਣੀ ਵੋਕੈਬਲਰੀ ਨੂੰ ਢਾਲ ਲੈਂਦੇ ਹੋ। ਕੀ ਤੁਹਾਡੇ ਕੋਲੇ ਵੱਖ-ਵੱਖ ਵਿਸ਼ਿਆਂ 'ਤੇ ਲਿਖਣ ਲਈ ਬਰਾਬਰ ਦੀ ਵਧੀਆ ਵੋਕੈਬਲਰੀ ਹੈ। ਜਦੋਂ ਤੁਸੀਂ ਇੰਟਰੋਡਕਸ਼ਨ ਦੇ ਅੰਦਰ ਟੌਪਿਕ ਨੂੰ ਬਦਲ ਕੇ ਲਿਖਦੇ ਹੋ ਆਪਣੇ ਸ਼ਬਦਾਂ ਵਿੱਚ, ਜਾਂ ਜਦੋਂ ਇੰਟਰੋਡਕਸ਼ਨ 'ਚ ਵਰਤੇ ਗਏ ਸ਼ਬਦਾਂ ਨੂੰ ਬੋਡੀ ਪੈਰਾਗ੍ਰਾਫ 'ਚ ਦੁਬਾਰਾ ਵਰਤੇ ਜਾਣ 'ਤੇ ਤੁਸੀਂ ਬਦਲ ਕੇ ਪੇਸ਼ ਕਰਦੇ ਹੋ, ਤਾਂ ਕਿਤੇ ਨਾ ਕਿਤੇ ਤੁਸੀਂ ਆਪਣੀ ਰੇਂਜ ਦਿਖਾ ਰਹੇ ਹੁੰਦੇ ਹੋ। ਇਸ ਤੋਂ ਇਲਾਵਾ ਜਦੋਂ ਤੁਸੀਂ ਕੋਈ ਐਸੇ ਲਿਖ ਰਹੇ ਹੁੰਦੇ ਹੋ ਕਿਸੇ ਪਰਟੀਕੂਲਰ ਟੌਪਿਕ 'ਤੇ, ਫੋਰ ਐਗਜ਼ਾਮਪਲ ਕ੍ਰਾਈਮ 'ਤੇ, ਜੋ ਵੀ ਕ੍ਰਾਈਮ ਤੋਂ ਰਿਲੇਟਡ ਵੋਕੈਬਲਰੀ ਤੁਸੀਂ ਯੂਜ਼ ਕਰੋਗੇ ਦੈਟ ਵੁੱਡ ਕਾਊਂਟ ਇਨਟੂ ਯੋਰ ਰੇਂਜ। ਕਿਉਂਕਿ ਟੌਪਿਕ ਆਇਲਟਸ 24-25 ਨੇ ਐਂਡ ਕੋਈ ਵੀ ਟੌਪਿਕ ਤੁਹਾਨੂੰ ਐਗਜ਼ਾਮ ਦੇ ਆ ਸਕਦਾ ਹੈ। ਟੌਪਿਕ ਸਪੈਸੀਫਿਕ ਵੋਕੈਬਲਰੀ ਵਰਤਣਾ ਕਿਤੇ ਨਾ ਕਿਤੇ ਤੁਹਾਡੀ ਰੇਂਜ ਨੂੰ ਦਰਸਾਉਂਦਾ ਹੈ ਕਿ ਹਾਂ ਤੁਸੀਂ ਇਸ ਟੌਪਿਕ 'ਤੇ ਵੀ ਲਿਖ ਲੈਂਦੇ ਹੋ। ਦੂਸਰੀ ਗੱਲ, ਲੈਸ ਕਾਮਨ ਜਾਂ ਅਨਕਾਮਨ ਲੈਕਸੀਕਲ ਆਈਟਮਸ ਵਰਤਣਾ। ਇੱਦਾਂ ਦੇ ਸ਼ਬਦ ਵਰਤਣਾ ਜੋ ਇੱਕ ਲੋ ਲੈਵਲ ਸਟੂਡੈਂਟ ਦੇ ਦੁਆਰਾ ਤੁਹਾਨੂੰ ਅਕਸਰ ਨਹੀਂ ਦਿਖਣਗੇ, ਜੋ ਸ਼ਾਇਦ ਤੁਹਾਨੂੰ ਇੱਕ ਨੇਟਿਵ ਸਪੀਕਰਸ ਹੀ ਵਰਤਦੇ ਦਿਖਣਗੇ। ਫਿਰ ਕੋਲੋਕੇਸ਼ਨ ਦੀ ਗੱਲ ਆਉਂਦੀ ਹੈ। ਕੋਲੋਕੇਸ਼ਨ ਸ਼ਬਦਾਂ ਦੇ ਜੋੜੇ ਹੁੰਦੇ ਆ। ਇੱਕ ਸ਼ਬਦ ਨੂੰ ਤੁਸੀਂ ਦੂਸਰੇ ਕਿਹੜੇ ਸ਼ਬਦ ਨਾਲ ਜੋੜਦੇ ਹੋ। ਜੋ ਦੋ ਵਰਡ ਹੈ ਉਹ ਇੱਕ ਦੂਜੇ ਨਾਲ ਕਿੰਨੇ ਫਿੱਟ ਆ ਰਹੇ ਆ, ਤੁਹਾਡੀਆਂ ਵਰਡ ਕੰਬੀਨੇਸ਼ਨਸ ਕਿੰਨੀਆਂ ਵਧੀਆਂ, ਦੈਟ ਇਜ਼ ਕੋਲੋਕੇਸ਼ਨਸ। ਇਹਦੇ ਨਾਲ ਓਕੇਜਨਲ ਇਨਐਕੂਰੇਸੀਜ਼ ਦੀ ਗੱਲ ਇੱਥੇ ਹੁੰਦੀ ਹੈ ਬੈਂਡ 7 ਤੇ 8 'ਤੇ, ਯਾਨੀ ਤੁਸੀਂ ਗਲਤੀਆਂ ਕਰ ਤਾਂ ਸਕਦੇ ਹੋ ਬਟ ਉਹ ਓਕੇਜਨਲ ਹੋਣੀਆਂ ਚਾਹੀਦੀਆਂ। ਓਕੇਜਨਲ ਦਾ ਮਤਲਬ ਬਹੁਤ ਜ਼ਿਆਦਾ ਨਹੀਂ ਹੋਣੀਆਂ ਚਾਹੀਦੀਆਂ। ਅਤੇ ਗਲਤੀਆਂ ਜੇ ਤੁਸੀਂ ਧਿਆਨ ਦਿਓਗੇ ਕਾਹਦੀਆਂ ਗਲਤੀਆਂ, ਕੋਲੋਕੇਸ਼ਨਸ ਤੋਂ ਇਲਾਵਾ ਸਪੈਲਿੰਗ ਜਾਂ ਵਰਡ ਫਾਰਮੇਸ਼ਨ ਦੀਆਂ ਗਲਤੀਆਂ ਦੀ ਗੱਲ ਹੋ ਰਹੀ ਹੈ। Okay, so now that we've looked at the band descriptors, I think we should move on to the sample answer. ਅੱਜ ਦਾ ਸਾਡਾ ਟੌਪਿਕ ਰੀਡ ਕਰ ਲਈਏ ਪਹਿਲਾਂ। More and more measures to improve the security in urban areas, ਜ਼ਿਆਦਾ ਤੋਂ ਜ਼ਿਆਦਾ ਸਟੈਪਸ ਇੰਪਰੂਵ ਕਰਨ ਲਈ ਸਿਕਿਉਰਿਟੀ ਨੂੰ ਸ਼ਹਿਰੀ ਇਲਾਕਿਆਂ ਵਿੱਚ have been introduced in many countries because of the increased crime, ਵਧੇ ਹੋਏ ਕ੍ਰਾਈਮ ਕਰਕੇ। Is this a positive or a negative development? ਕੀ ਇਹ ਚੰਗੀ ਚੀਜ਼ ਹੈ ਕਿ ਮਾੜੀ ਚੀਜ਼ ਹੈ। ਇੱਥੇ ਡਿਵੈਲਪਮੈਂਟ ਦਾ ਮਤਲਬ ਹੈ ਸਿਚੁਏਸ਼ਨ। ਇਹ ਵੀ ਹੋ ਸਕਦਾ ਹੈ ਡੂ ਦ ਬੈਨੀਫਿਟਸ ਆਫ ਦਿਸ ਆਊਟਵੇ ਦ ਡਰਾਬੈਕਸ, ਦੈਟ ਇਜ਼ ਆਲਸੋ ਵਨ ਵੇ ਦਿਸ ਕੁਐਸਚਨ ਕੁਡ ਬੀ ਆਸਕਡ। ਚਲੋ ਹੁਣ ਸੈਂਪਲ ਆਨਸਰ ਵੱਲ ਵੱਧਦੇ ਹਾਂ। ਪਹਿਲਾਂ ਨਿਗਾਹ ਮਾਰਾਂਗੇ ਇੰਟਰੋਡਕਸ਼ਨ ਤੇ ਬੋਡੀ ਪੈਰਾਗ੍ਰਾਫ 1 ਵੱਲ। ਇੰਕਰੀਜ਼ਿੰਗ ਲੈਵਲਸ ਆਫ ਕ੍ਰਾਈਮ, ਵੱਧਦਾ ਹੋਇਆ ਸਤਰ ਕ੍ਰਾਈਮ ਦਾ, ਹੈਵ ਪ੍ਰੋਮਪਟਡ ਅਥਾਰਟੀਜ਼ ਇਨ ਮੈਨੀ ਬਿਗ ਸਿਟੀਜ਼, ਨੇ ਪ੍ਰੋਮਪਟ ਕੀਤਾ, ਥੋੜ੍ਹਾ ਜਿਹਾ ਧੱਕਾ ਲਾਇਆ ਅਥਾਰਟੀਜ਼ ਨੂੰ ਵੱਡੀ ਸਿਟੀਜ਼ 'ਚ, ਟੂ ਸਟਰੈਂਥਨ ਦੇਅਰ ਸਿਕਿਉਰਿਟੀ ਨੂੰ ਸਟਰੈਂਥ ਕਰਨ ਲਈ ਥਰੂ ਅ ਵੈਰਾਈਟੀ ਆਫ ਮੈਜਰਸ, ਤਰ੍ਹਾਂ ਦੇ ਮੈਜਰਸ ਅਪਣਾ ਕੇ। ਵੈਲ ਸਮ ਆਫ ਦੀਜ਼ ਮੈਜਰਸ ਪੋਜ਼ ਪੋਟੈਂਸ਼ੀਅਲ ਰਿਸਕਸ ਟੂ ਇੰਡੀਵਿਜੂਅਲ ਪ੍ਰਾਈਵੇਸੀ, ਹਾਲਾਂਕਿ ਇਹਨਾਂ ਵਿੱਚੋਂ ਕੁਝ ਸਟੈਪਸ ਰਿਸਕ ਖੜੇ ਕਰਦੇ ਆ ਇੰਡੀਵਿਜੂਅਲ ਪ੍ਰਾਈਵੇਸੀ ਲਈ, ਇਨਸਾਨ ਦੀ ਨਿੱਜੀ ਜ਼ਿੰਦਗੀ 'ਤੇ।
I feel that there are benefits to the city residents and the cities as a whole. ਮੈਨੂੰ ਲੱਗਦਾ ਹੈ ਕਿ ਇਹਨਾਂ ਮੈਜਰਸ ਦੇ ਫਾਇਦੇ ਸ਼ਹਿਰ ਵਾਸੀਆਂ ਨੂੰ ਤੇ ਕੁੱਲ ਮਿਲਾ ਕੇ ਸ਼ਹਿਰ ਨੂੰ ਮੇਕ ਥੀਸ ਚੇਂਜਸ ਅ ਪੋਜ਼ਿਟਿਵ ਡਿਵੈਲਪਮੈਂਟ ਓਵਰਆਲ। ਉਹ ਇਸ ਨੂੰ ਓਵਰਆਲ ਇੱਕ ਪੋਜ਼ਿਟਿਵ ਡਿਵੈਲਪਮੈਂਟ ਬਣਾ ਦਿੰਦੇ ਆ। An obvious effect of the upgraded security has been the lowering of crime rates in such cities. ਇੱਕ ਜ਼ਾਹਿਰ ਜਿਹਾ ਪ੍ਰਭਾਵ ਸੁਧਾਰੀ ਗਈ ਸਿਕਿਉਰਿਟੀ ਦਾ ਰਿਹਾ ਹੈ ਕ੍ਰਾਈਮਸ ਦਾ ਲੋਅਰ ਹੋਣਾ ਇੱਦਾਂ ਦੇ ਸ਼ਹਿਰਾਂ ਵਿੱਚ। Security measures such as installation of security cameras and conducting of regular police patrols. Security cameras ਦਾ ਲੱਗ ਜਾਣਾ ਤੇ police patrols, ਪੁਲਿਸ ਦੀ ਰੈਗੂਲਰ ਗਸ਼ਤ ਦੇ ਕਾਰਨ have made it more difficult for criminals to get away with committing crime. ਕਰਕੇ ਮੁਸ਼ਕਿਲ ਹੋ ਗਿਆ ਕ੍ਰਿਮੀਨਲਸ ਲਈ ਬਚ ਕੇ ਨਿਕਲਣਾ ਕ੍ਰਾਈਮ ਕਰਕੇ। This has instilled a sense of security in city dwellers. ਇਹਦੇ ਨਾਲ ਸਿਟੀ ਵਾਸੀ ਜਿਹੜੇ ਨੇ ਉਹਨਾਂ ਦੇ ਮਨ ਵਿੱਚ ਸੈਂਸ ਆਫ ਸਿਕਿਉਰਿਟੀ ਆਈ ਹੈ। who don't have to be as worried about their well-being when they leave their homes. ਜਿਨ੍ਹਾਂ ਨੂੰ ਹੁਣ ਓਨੀ ਚਿੰਤਾ ਨਹੀਂ ਕਰਨੀ ਪੈਂਦੀ ਆਪਣੀ ਸੁੱਖ ਸਾਂਦ ਬਾਰੇ ਜਦੋਂ ਘਰੋਂ ਨਿਕਲਦੇ ਨੇ। This increased sense of safety is also in turn conducive to the development of such cities. ਇਹ ਜਿਹੜੀ ਵਧੀ ਹੋਈ ਸੈਂਸ ਆਫ ਸੇਫਟੀ ਹੈ ਇਹ ਬਦਲੇ ਵਿੱਚ ਫਰਦਰ ਫਾਇਦੇਮੰਦ ਰਹਿੰਦੀ ਹੈ, ਸਹਾਇਕ ਰਹਿੰਦੀ ਹੈ ਡਿਵੈਲਪਮੈਂਟ ਵਿੱਚ ਸਿਟੀਜ਼ ਦੇ। ਕਿਉਂਕਿ a safer environment is in itself an incentive for people to live and work in and for businesses to invest in the relatively risk-free environments of such cities. ਕਿਉਂਕਿ ਇੱਕ ਸੇਫਰ ਇਨਵਾਇਰਮੈਂਟ ਜਿਹੜਾ ਹੁੰਦਾ ਇਹ ਆਪਦੇ ਆਪ 'ਚ ਇੱਕ ਮੋਟੀਵੇਟਰ ਹੁੰਦਾ, ਇਨਸੈਂਟਿਵ ਹੁੰਦਾ ਲੋਕਾਂ ਲਈ ਕਿ ਉੱਥੇ ਜਾ ਕੇ ਲੋਕ ਰਹਿਣ ਅਤੇ ਕੰਮ ਕਰਨ, ਅਤੇ ਬਿਜ਼ਨਸਿਸ ਲਈ ਵੀ ਇਨਸੈਂਟਿਵ ਹੁੰਦਾ ਕਿ ਉੱਥੇ ਜਾ ਕੇ ਉਹ ਇਨਵੈਸਟ ਕਰਨ। ਜਿਹੜਾ ਰਿਸਕ ਫਰੀ ਇਨਵਾਇਰਮੈਂਟ ਹੈ, ਰਿਲੇਟਿਵਲੀ ਮਤਲਬ ਤੁਲਨਾਤਮਕ ਰੂਪ 'ਚ ਘੱਟ ਰਿਸਕ ਹੈ। ਤਾਂ ਇਹ ਸੀਗੇ ਸਾਡੇ ਇੰਟਰੋਡਕਸ਼ਨ ਅਤੇ ਬੋਡੀ ਪੈਰਾਗ੍ਰਾਫ 1 ਕਿ ਅਸੀਂ ਬੈਂਡ 7 ਵੋਕੈਬਲਰੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ। ਤਾਂ ਅਸੀਂ ਥੋੜ੍ਹੀ ਜਿਹੀ ਨਿਗਾਹ ਮਾਰ ਲੈਂਦੇ ਹਾਂ। ਪਹਿਲੀ ਗੱਲ ਸੀਗੀ ਸਫੀਸ਼ੈਂਟ ਔਰ ਅ ਵਾਈਡ ਰੇਂਜ ਆਫ ਵੋਕੈਬਲਰੀ। ਮੇਰੇ ਹਿਸਾਬ ਤੋਂ ਇਹ ਸ਼ਰਤ ਪੂਰੀ ਹੁੰਦੀ ਹੈ। ਸਾਡਾ ਪੈਰਾਫਰੇਜ਼ਿੰਗ ਦਾ ਤਰੀਕਾ, ਉਹਨਾਂ ਨੇ ਕਿਹਾ ਮੋਰ ਐਂਡ ਮੋਰ ਮੈਜਰਸ, ਮੈਂ ਕਿਹਾ ਵੈਰਾਈਟੀ ਆਫ ਮੈਜਰਸ, ਉਹਨਾਂ ਨੇ ਕਿਹਾ ਇੰਪਰੂਵ ਸਿਕਿਉਰਿਟੀ, ਮੈਂ ਕਿਹਾ ਸਟਰੈਂਥਨ ਸਿਕਿਉਰਿਟੀ। ਉਹਨਾਂ ਦੇ ਲਿਖਣ ਦਾ ਜੋ ਅੰਦਾਜ਼ ਸੀ ਉਹਨੂੰ ਬਦਲ ਕੇ ਮੈਂ ਪ੍ਰੋਮਪਟ ਸ਼ਬਦ ਦਾ ਇਸਤੇਮਾਲ ਕੀਤਾ, ਉਸ ਖਿਆਲ ਨੂੰ ਇੱਕ ਨਵੀਂ ਵੋਕੈਬਲਰੀ ਰਾਹੀਂ ਐਕਸਪ੍ਰੈਸ ਕੀਤਾ। ਇਹਨਾਂ ਨੇ ਕਿਹਾ ਸੀ ਇੰਕਰੀਜ਼ਡ ਕ੍ਰਾਈਮ, ਮੈਂ ਇੰਕਰੀਜ਼ਿੰਗ ਲੈਵਲਸ ਆਫ ਕ੍ਰਾਈਮ ਕਹਿਤਾ। ਤਾਂ ਇਹ ਪਹਿਲਾ ਲੈਵਲ ਸੀ ਜਿੱਥੇ ਮੈਂ ਆਪਣੀ ਰੇਂਜ ਦਿਖਾਈ ਅਤੇ ਮੈਨੂੰ ਲੱਗਦਾ ਵਾਈਡ ਰੇਂਜ ਦਿਖਾਈ। ਇਸ ਤੋਂ ਇਲਾਵਾ ਜੇ ਅਸੀਂ ਨਿਗਾਹ ਮਾਰੀਏ ਟੌਪਿਕ ਸਪੈਸੀਫਿਕ ਵੋਕੈਬਲਰੀ 'ਤੇ ਤਾਂ ਸਟਰੈਂਥਨ ਸਿਕਿਉਰਿਟੀ, ਲੈਵਲਸ ਆਫ ਕ੍ਰਾਈਮ, ਅਪਗ੍ਰੇਡਡ ਸਿਕਿਉਰਿਟੀ, ਸਿਕਿਉਰਿਟੀ ਕੈਮਰਾਜ਼, ਪੁਲਿਸ ਪੈਟਰੋਲਸ, ਈਵਨ ਗੈਟ ਅਵੇ ਵਿਦ ਕਿਉਂਕਿ ਇਹ ਕ੍ਰਾਈਮ ਤੋਂ ਰਿਲੇਟਡ ਹੈ, ਇੰਸਟਿਲ ਅ ਸੈਂਸ ਆਫ ਸਿਕਿਉਰਿਟੀ, ਸੇਫਰ ਇਨਵਾਇਰਮੈਂਟ ਐਂਡ ਰਿਲੇਟਿਵਲੀ ਰਿਸਕ ਫਰੀ ਐਨਵਾਇਰਮੈਂਟਸ। ਇਹ ਸਾਰੇ ਕਿਤੇ ਨਾ ਕਿਤੇ ਟੌਪਿਕ ਸਪੈਸੀਫਿਕ ਵੋਕੈਬਲਰੀ ਦੀ ਕੈਟੇਗਰੀ 'ਚ ਆਨ ਕਰਕੇ ਮੇਰੀ ਰੇਂਜ ਵਿੱਚ ਕੰਟਰੀਬਿਊਟ ਕਰ ਰਹੇ ਆ। ਦੂਸਰੀ ਗੱਲ ਸੀ ਐਕੂਰੇਟ ਯੂਜ਼ ਆਫ ਨੈਚੁਰਲ ਕੋਲੋਕੇਸ਼ਨਸ। ਤਾਂ ਕੋਲੋਕੇਸ਼ਨਸ ਵੀ ਸਾਨੂੰ ਕਾਫੀ ਦੇਖਣ ਨੂੰ ਮਿਲ ਰਹੇ ਆ। ਵੈਰਾਈਟੀ ਆਫ ਮੈਜਰਸ ਵੀ ਕੋਲੋਕੇਸ਼ਨ ਹੈ। ਇੰਡੀਵਿਜੂਅਲ ਪ੍ਰਾਈਵੇਸੀ, ਅਪਗ੍ਰੇਡਡ ਸਿਕਿਉਰਿਟੀ, ਕੈਮਰਾਜ਼ ਲਈ ਇੰਸਟਾਲੇਸ਼ਨ ਵਰਡ ਦਾ ਇਸਤੇਮਾਲ, ਸੈਂਸ ਲਈ ਇੰਸਟਿਲਡ ਵਰਡ ਦਾ ਇਸਤੇਮਾਲ, ਐਂਡ ਰਿਸਕ ਫਰੀ ਐਨਵਾਇਰਮੈਂਟ ਵੀ ਆਪਦੇ ਆਪ 'ਚ ਇੱਕ ਵਧੀਆ ਕੋਲੋਕੇਸ਼ਨ ਹੈ। ਹੋਰ ਵੀ ਕੋਲੋਕੇਸ਼ਨ ਹੋ ਸਕਦੀਆਂ, ਮੈਂ ਇੰਨੇ ਜ਼ਿਆਦਾ ਧਿਆਨ ਨਾਲ ਨਹੀਂ ਦੇਖ ਰਿਹਾ। ਇਸ ਤੋਂ ਬਾਅਦ ਲੈਸ ਕਾਮਨ ਔਰ ਅਨਕਾਮਨ ਵਰਡਸ। ਇੱਥੇ ਦੇਖੋ ਧਿਆਨ ਇਸ ਗੱਲ ਦਾ ਰੱਖਣਾ ਕਿ ਸਿਰਫ ਇਹ ਨਹੀਂ ਹੈ ਕਿ ਲੈਸ ਕਾਮਨ ਵਰਡ ਵਰਤ ਰਿਹਾ, ਐਕੂਰੇਟਲੀ ਵਰਤਣਾ ਜ਼ਰੂਰੀ ਹੈ। ਤਾਂ ਕੀ ਇੱਦਾਂ ਦੇ ਵਰਡ ਇੱਥੇ ਸੀਗੇ ਅਤੇ ਕੀ ਉਹਨਾਂ ਨੂੰ ਐਕੂਰੇਟਲੀ ਵਰਤਿਆ ਗਿਆ? ਬਿਲਕੁਲ। ਪ੍ਰੋਮਪਟਡ ਸ਼ਬਦ, ਆਈ ਥਿੰਕ ਇਟ ਵੁੱਡ ਬੀ ਇਨ ਅਨਕਾਮਨ ਵਰਡਸ। ਅਤੇ ਅਪਗ੍ਰੇਡਡ ਸਿਕਿਉਰਿਟੀ, ਅਪਗ੍ਰੇਡਡ ਇਹ ਵੀ ਲੈਸ ਕਾਮਨ ਵਿੱਚ ਤਾਂ ਆਊਗਾ ਜੇ ਅਨਕਾਮਨ ਦੇ ਅੰਦਰ ਨਾ ਆਇਆ ਤਾਂ। ਐਂਡ ਗੈਟ ਅਵੇ ਵਿਦ ਸਮਥਿੰਗ, ਦਿਸ ਇਜ਼ ਅ ਵੈਰੀ ਗੁੱਡ ਫਰੇਜ਼ਲ ਐਕਸਪ੍ਰੈਸ਼ਨ। ਐਂਡ ਇੱਦਾਂ ਦੇ ਕੁਝ ਹੋਰ ਲੈਸ ਕਾਮਨ ਅਤੇ ਅਨਕਾਮਨ ਵਰਡਸ ਇੱਥੇ ਦੇਖਣ ਨੂੰ ਮਿਲੇ ਜੋ ਇੱਕ ਲੋਅਰ ਲੈਵਲ ਸਟੂਡੈਂਟਸ ਵਰਤੂਗਾ ਨਹੀਂ, ਜਾਂ ਵਰਤੂਗਾ ਤਾਂ ਉਹ ਇੱਕ ਐਕੂਰੇਟ ਯੂਜੇਜ ਨਹੀਂ ਡੈਮੋਨਸਟ੍ਰੇਟ ਕਰ ਪਾਊਗਾ। ਕਰੈਕਟ ਸਪੈਲਿੰਗ ਮੋਸਟ ਆਫ ਦਾ ਟਾਈਮ, ਆਈ ਥਿੰਕ ਵੀ ਡੋਂਟ ਨੀਡ ਬੀ ਵਰੀਡ ਅਬਾਊਟ ਦਿਸ। ਇਹ ਵਾਲਾ ਪਾਰਟ ਟੋਟਲੀ ਆਪਣਾ ਕਵਰਡ ਹੈ। ਹੁਣ ਅੱਗੇ ਚੱਲਦੇ ਹਾਂ ਆਪਣੇ ਬੋਡੀ ਪੈਰਾਗ੍ਰਾਫ 2 ਅਤੇ ਕੰਕਲੂਜਨ ਵੱਲ। However, there are concerns pertaining to individual privacy,
ਲੇਕਿਨ ਕੁਝ ਚਿੰਤਾਵਾਂ ਨੇ ਜੁੜੀਆਂ ਹੋਈਆਂ pertaining to individual privacy which many people feel is intruded into by some of these security measures, ਜਿਹਦੇ ਬਾਰੇ ਬਹੁਤੇ ਲੋਕ ਮਹਿਸੂਸ ਕਰਦੇ ਆ ਕਿ ਇਸ 'ਚ ਦਖਲਅੰਦਾਜ਼ੀ ਹੋ ਰਹੀ ਹੁੰਦੀ ਹੈ, ਬਿਨਾਂ ਪਰਮਿਸ਼ਨ ਐਂਟਰੈਂਸ ਹੋ ਰਹੀ ਹੁੰਦੀ ਹੈ ਇਹਨਾਂ ਸਿਕਿਉਰਿਟੀ ਮੈਜਰਸ ਦੁਆਰਾ ਨਿੱਜੀ ਜ਼ਿੰਦਗੀ ਵਿੱਚ। ਸਰਵੇਲੈਂਸ ਕੈਮਰਾਸ ਫॉर ਇੰਸਟੈਂਸ, ਜੋ CCTV ਕੈਮਰਾਸ ਹੁੰਦੇ ਆ ਉਦਾਹਰਨ ਦੇ ਤੌਰ ਤੇ, ਫੋਲੋ ਪੀਪਲ ਵੇਅਰ ਐਵਰ ਦੇ ਗੋ, ਉਹ ਲੋਕਾਂ ਦੇ ਪਿੱਛੇ ਹੀ ਉਹਨਾਂ ਨੂੰ ਫੋਲੋ ਕਰਦੇ ਰਹਿੰਦੇ ਭਾਵੇਂ ਉਹ ਕਿਤੇ ਵੀ ਜਾਣ, ਯਾਨੀ ਤੁਸੀਂ ਕਿਤੇ ਵੀ ਜਾਓ ਤੁਸੀਂ ਸਰਵੇਲੈਂਸ ਕੈਮਰਾਸ ਦੇ ਅਧੀਨ ਹੀ ਰਹੋਗੇ। ਵਾਈਲ ਇਨ ਕੇਸ ਆਫ ਸਮ ਕੰਟਰੀਜ਼, ਜਦਕਿ ਕੁਝ ਦੇਸ਼ਾਂ ਦੇ ਮਾਮਲੇ 'ਚ ਤਾਂ ਇੰਟੈਲੀਜੈਂਸ ਏਜੰਸੀਜ਼ ਜਿਹੜੀਆਂ ਨੇ ਈਵਨ ਹੋਲਡ ਦ ਰਾਈਟ ਟੂ ਐਕਸੈਸ ਅ ਪਰਸਨਸ ਕਾਲ ਡਿਟੇਲਸ ਔਰ ਆਨਲਾਈਨ ਐਕਟੀਵਿਟੀ ਐਜ਼ ਐਨ ਇਨਵੈਸਟੀਗੇਟਿਵ ਟੂਲ। ਤਾਂ ਇਹਨਾਂ ਕੋਲ ਹੱਕ ਹੁੰਦਾ ਕਿ ਐਕਸੈਸ ਕਰ ਸਕਦੇ ਆ ਤੁਹਾਡੀਆਂ ਕਾਲ ਡਿਟੇਲਸ, ਤੁਹਾਡੀ ਆਨਲਾਈਨ ਐਕਟੀਵਿਟੀ ਆਪਣੀ ਤਹਿਕੀਕਾਤ ਦੇ ਤੌਰ ਤੇ, ਉਸ ਪ੍ਰੋਸੈਸ ਦੇ ਤੌਰ ਤੇ, ਇਨਵੈਸਟੀਗੇਟਿਵ ਟੂਲ ਦੇ ਤੌਰ ਤੇ। This is seen by many people as a violation of their right to privacy. ਬਹੁਤ ਸਾਰੇ ਲੋਕ ਇਸ ਨੂੰ ਕਾਹਦੇ ਤੌਰ ਤੇ ਦੇਖਦੇ ਆ? ਉਲੰਘਣਾ ਦੇ ਤੌਰ ਤੇ, ਉਹਨਾਂ ਦੇ ਜੋ ਪ੍ਰਾਈਵੇਸੀ ਦਾ ਹੱਕ ਹੈ, ਆਪਣੀ ਨਿੱਜੀ ਜ਼ਿੰਦਗੀ ਨੂੰ ਆਪਣੇ ਤੱਕ ਰੱਖਣ ਦਾ ਹੱਕ ਹੈ। However, this concern is undue. ਇਹ ਜਿਹੜੇ ਚਿੰਤਾ ਹੈ ਇਹ ਜਾਇਜ਼ ਨਹੀਂ ਹੈ, ਕਿਉਂਕਿ authorities have no self-vested interest in their private lives. Authorities ਦਾ ਕੋਈ ਨਿੱਜੀ ਜਾਂ ਸੈਲਫਿਸ਼ ਰੁਚੀ ਨਹੀਂ ਹੁੰਦੀ ਉਹਨਾਂ ਦੀ ਜ਼ਿੰਦਗੀ ਵਿੱਚ। And thus, ਇਸ ਤਰ੍ਹਾਂ the likelihood ਯਾਨੀ chances of the information being misused, information ਦੇ misuse ਹੋਣ ਦੇ or disclosed publicly ਜਾਂ publicly ਉਜਾਗਰ ਹੋ ਜਾਣ ਦੇ is extremely low. ਇਹ chances ਬਹੁਤ ਘੱਟ ਨੇ। In conclusion, although some of the security measures that have been introduced, ਹਾਲਾਂਕਿ ਕੁਝ ਕੁ security measures ਜੋ introduce ਹੋਏ ਆ infringe on, ਉਹ ਉਲੰਘਣਾ ਕਰਦੇ ਨੇ people's right to privacy। ਹਾਲਾਂਕਿ ਇਹ ਗੱਲ ਹੈ it is largely a positive development, ਇਹ ਕੁੱਲ ਮਿਲਾ ਕੇ ਇੱਕ positive development ਹੈ as the improved security, ਕਿਉਂਕਿ ਜਿਹੜੀ ਸੁਧਰੀ ਹੋਈ security ਹੈ makes city dwellers lives more secure and cities more desirable places to live, work and invest in। ਇਹ ਵਧੀਆ ਡਿਵੈਲਪਮੈਂਟ ਇਸ ਕਰਕੇ ਹੈ ਕਿਉਂਕਿ ਵਧੀ ਹੋਈ ਸਿਕਿਉਰਿਟੀ ਸ਼ਹਿਰ ਵਾਸੀਆਂ ਦੀ ਜ਼ਿੰਦਗੀ ਨੂੰ ਜ਼ਿਆਦਾ ਸਿਕਿਉਰ ਬਣਾਉਂਦੀ ਹੈ ਤੇ ਸਿਟੀਜ਼ ਨੂੰ ਬਣਾਉਂਦੀ ਹੈ ਜ਼ਿਆਦਾ ਡਿਜ਼ਾਇਰੇਬਲ, ਜਿੱਥੇ ਆਉਣ ਦੀ ਇੱਛਾ ਹੋਵੇ ਇੱਦਾਂ ਦਾ ਥਾਂ ਬਣਾਉਂਦੀ ਹੈ ਟੂ ਲਿਵ, ਵਰਕ ਐਂਡ ਇਨਵੈਸਟ ਇਨ, ਜਿੱਥੇ ਰਿਹਾ ਜਾ ਸਕੇ, ਕੰਮ ਕੀਤਾ ਜਾ ਸਕੇ ਤੇ ਪੈਸੇ ਵੀ ਇਨਵੈਸਟ ਕੀਤੇ ਜਾ ਸਕਣ। ਅਗੇਨ ਰਿਕੁਆਇਰਮੈਂਟਸ ਜਿਹੜੀਆਂ 4 ਨੇ ਉਹਨਾਂ ਤੇ ਆਪਾਂ ਇਹਨੂੰ ਤੋਲ ਕੇ ਦੇਖੀਏ ਕਿ ਸਫੀਸ਼ੀਐਂਟ ਔਰ ਅ ਵਾਈਡ ਰੇਂਜ ਆਫ ਵੋਕੈਬਲਰੀ ਦੇਖਣ ਨੂੰ ਮਿਲੀ ਡੈਫੀਨੇਟਲੀ। ਸਰਵੇਲੈਂਸ ਕੈਮਰਾਸ, ਇੰਟਰੂਡ ਇਨਟੂ ਇੰਟੈਲੀਜੈਂਸ ਏਜੰਸੀਜ਼, ਇਨਵੈਸਟੀਗੇਟਿਵ ਟੂਲ, ਇਹ ਸਾਰੇ ਵਰਡ ਕਿਤੇ ਨਾ ਕਿਤੇ ਸਿਕਿਉਰਿਟੀ ਤੋਂ ਰਿਲੇਟਡ ਨੇ। ਇਸ ਤੋਂ ਇਲਾਵਾ ਜਿੱਥੇ ਇਨਫਰਿੰਜ ਸ਼ਬਦ ਆਪਾਂ ਵਰਤਿਆ ਇਹ ਕਿਉਂਕਿ ਉਲੰਘਣਾ ਦੀ ਗੱਲ ਕਰ ਰਿਹਾ ਤਾਂ ਕਿਤੇ ਨਾ ਕਿਤੇ ਸਿਕਿਉਰਿਟੀ ਦੇ ਮਸਲੇ ਤੋਂ ਥੋੜ੍ਹਾ ਜੁੜਿਆ ਹੋਏਗਾ। ਬਾਕੀ ਵੋਕੈਬਲਰੀ ਵੀ ਥੋੜ੍ਹੀ ਜਾਂ ਬਹੁਤੀ ਇਸ ਟੌਪਿਕ ਨਾਲ ਜੁੜੀ ਹੈ ਤਾਂ ਰੇਂਜ ਇਜ਼ ਵਾਈਡ ਡੈਫੀਨੇਟਲੀ। ਐਕੂਰੇਟ ਯੂਜ਼ ਆਫ ਨੈਚੁਰਲ ਕੋਲੋਕੇਸ਼ਨਸ, ਤਾਂ ਇਹਦੇ ਕਈ ਐਗਜ਼ਾਮਪਲ ਸਾਨੂੰ ਮਿਲਦੇ ਨੇ। ਇਹਦੇ ਵਿੱਚ ਇੰਟਰੂਡਡ ਇਨਟੂ ਹੈਗਾ, ਇੰਟੈਲੀਜੈਂਸ ਏਜੰਸੀਜ਼ ਵੀ ਇੱਕ ਕੋਲੋਕੇਸ਼ਨ ਹੈ, ਆਨਲਾਈਨ ਐਕਟੀਵਿਟੀ ਵੀ ਕੋਲੋਕੇਸ਼ਨ ਹੈ, ਇਨਵੈਸਟੀਗੇਟਿਵ ਟੂਲ ਇੱਕ ਕਾਫੀ ਵਧੀਆ ਕੋਲੋਕੇਸ਼ਨ ਹੈ, ਸੈਲਫ ਵੈਸਟਡ ਇੰਟਰਸਟ ਬਹੁਤ ਹੀ ਵਧੀਆ ਕੋਲੋਕੇਸ਼ਨ ਹੈ, ਡਿਸਕਲੋਜ਼ਡ ਪਬਲਿਕਲੀ ਇਹ ਵੀ ਬਹੁਤ ਵਧੀਆ ਕੋਲੋਕੇਸ਼ਨ ਹੈ, ਇਨਫੈਕਟ ਇਨਫਰਿੰਜ ਔਨ ਵੀ ਇੱਕ ਕਾਫੀ ਵਧੀਆ ਕੋਲੋਕੇਸ਼ਨ ਹੈ, ਪਲੇਸਿਸ ਲਈ ਡਿਜ਼ਾਇਰੇਬਲ ਸ਼ਬਦ ਵਰਤਣਾ ਇਹ ਵੀ ਵਧੀਆ ਕੋਲੋਕੇਸ਼ਨ ਹੈ। ਲੈਸ ਕਾਮਨ ਔਰ ਅਨਕਾਮਨ ਵਰਡਸ, ਹਾਲਾਂਕਿ ਇਹਦੇ ਬੈਟਰ ਜਜਮੈਂਟ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਬੈਂਡ 6 ਤੇ ਹੋ ਜਾਂ ਈਵਨ ਬੈਂਡ 7 ਤੇ ਹੋ, ਬਟ ਜੋ ਮੇਰੇ ਅਨੁਸਾਰ ਇੱਥੇ ਲੈਸ ਕਾਮਨ ਜਾਂ ਅਨਕਾਮਨ ਵੋਕੈਬਲਰੀ ਆ ਉਹ ਪਰਟੇਨਿੰਗ, ਇੰਟਰੂਡ ਇਨਟੂ, ਇਨਵੈਸਟੀਗੇਟਿਵ ਟੂਲ, ਅਨਡਿਊ, ਸੈਲਫ ਵੈਸਟਡ ਇੰਟਰਸਟ, ਡਿਸਕਲੋਜ਼ਡ ਇੱਦਾਂ ਦੇ ਸ਼ਬਦ, ਇਨਫਰਿੰਜ ਇਹ ਸ਼ਬਦ ਵੀ ਇਸ ਕੈਟੇਗਰੀ 'ਚ ਆਉਂਦਾ। ਐਂਡ ਕਰੈਕਟ ਸਪੈਲਿੰਗ ਦੀ ਜੇ ਗੱਲ ਕਰੀਏ ਤਾਂ ਉਸ 'ਤੇ ਇਹ ਐਸੇ ਡੈਫੀਨੇਟਲੀ ਖਰਾ ਉੱਤਰ ਰਿਹਾ। So that brings us to the end of our video. I hope ਅੱਜ ਦੀ ਵੀਡੀਓ ਤੋਂ ਤੁਹਾਨੂੰ ਕੁਝ ਵੈਲਿਊ ਮਿਲੀ ਹੋਊਗੀ। ਹਾਲਾਂਕਿ ਅੱਜ ਦੀ ਵੀਡੀਓ ਦਾ ਮਕਸਦ ਸਿਰਫ ਇਹ ਸਮਝਣਾ ਸੀਗਾ ਕਿ ਬੈਂਡ 7 ਵੋਕੈਬਲਰੀ ਕਿੱਦਾਂ ਦੀ ਹੁੰਦੀ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਹਦੇ ਨਾਲ ਕੁਝ ਕੁ ਵਧੀਆ ਵਰਡ ਵੀ ਸਿੱਖੇ ਹੋਣਗੇ ਜਿਨ੍ਹਾਂ ਨੂੰ ਤੁਸੀਂ ਵਰਤਣਾ ਚਾਹੋਗੇ। ਇਨਫੈਕਟ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਕਿ ਕਿਉਂ ਨਾ ਤੁਸੀਂ ਇਸ ਹੀ ਐਸੇ ਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰੋ
ਚੰਗੀ ਤਰ੍ਹਾਂ ਵੋਕੈਬਲਰੀ ਨੂੰ ਸਟੱਡੀ ਕਰਕੇ ਐਂਡ ਕੋਸ਼ਿਸ਼ ਕਰੋ ਇਸ ਵੋਕੈਬਲਰੀ ਨੂੰ ਵਰਤਣ ਦੀ। ਇਹਦੇ ਨਾਲ ਅਸੀਂ ਅੱਜ ਦੀ ਵੀਡੀਓ ਦੇ ਐਂਡ ਵੱਲ ਆ ਜਾਂਦੇ ਹਾਂ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ। ਤੁਸੀਂ ਵੀਡੀਓ ਦੌਰਾਨ ਮੇਰੇ ਨਾਲ ਬਣੇ ਰਹੇ, ਪੂਰੀ ਵੀਡੀਓ ਤੁਸੀਂ ਦੇਖੀ। ਜੇਕਰ ਇੱਦਾਂ ਹੀ ਤੁਸੀਂ ਵੀਡੀਓਜ਼ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਸੀਂ ਸਬਸਕ੍ਰਾਈਬ ਦੇ ਰਾਈਟ ਸਾਈਡ ਇੱਕ ਬੈਲ ਆਈਕਨ ਵੀ ਦੇਖੋਗੇ, ਉਸ 'ਤੇ ਕਲਿੱਕ ਕਰਨ 'ਤੇ ਮੇਰੀ ਕੋਈ ਵੀ ਵੀਡੀਓ ਪੋਸਟ ਹੁੰਦਿਆਂ ਹੀ ਤੁਹਾਨੂੰ ਨੋਟੀਫਿਕੇਸ਼ਨ ਦੇ ਤੌਰ 'ਤੇ ਪਹੁੰਚ ਜਾਇਆ ਕਰੂਗੀ। ਲਾਸਟ ਚੀਜ਼, ਕਮੈਂਟਸ ਦੇ ਅੰਦਰ ਤੁਸੀਂ ਆਪਣੀ ਵਿਚਾਰ ਇਸ ਵੀਡੀਓ 'ਤੇ ਰੱਖ ਸਕਦੇ ਹੋ ਐਂਡ ਤੁਸੀਂ ਇਹ ਵੀ ਮੈਨੂੰ ਦੱਸ ਸਕਦੇ ਹੋ ਵਾਟ ਯੂ ਵਾਂਟ ਟੂ ਸੀ ਨੈਕਸਟ, ਕਿ ਤੁਸੀਂ ਕਿਹੜੀ ਚੀਜ਼ 'ਤੇ ਚਾਹੋਗੇ ਮੈਂ ਅਗਲੀ ਵੀਡੀਓ ਬਣਾਵਾਂ। ਅਖੀਰ ਵਿੱਚ ਮੈਂ ਅਗੇਨ ਤੁਹਾਡਾ ਧੰਨਵਾਦ ਕਰਨਾ ਚਾਹੂੰਗਾ। ਮਿਲਦੇ ਹਾਂ ਅਗਲੀ ਵੀਡੀਓ 'ਚ।